ਵਾਹਿਗੁਰੂ ਜੀ। ਤੇਰੇ ਬਾਜਾਂ ਦਾ ਸੁਨਹਿਰੀ ਜੋੜ ਅੱਜ ਚੱਲਦਾ ਆਨੰਦ ਪੁਰ ਤੋਂ। ਤੇਰੇ ਬਾਜਾਂ ਦਾ ਸੁਨਹਿਰੀ ਜੋੜ ਚੱਲਦਾ ਆਨੰਦਪੁਰ ਤੋਂ। ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਤੇਰੇ 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 ਬਾਜਾਂ ਦਾ ਸੁਨਹਿਰੀ ਜੋੜਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਮਾਣਯੋਗ ਸਤਸੰਗੀਓ, ਸੁਭਾਗਾ ਸਮਾਂ ਸੁਭਾਗੀਆਂ ਘੜੀਆਂ ਅੰਮ੍ਰਿਤ ਵੇਲੇ ਦੀਆਂ ਗੁਰੂ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਦੇ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ ਵਡਭਾਗੀ ਰੂਹਾਂ ਨੂੰ ਸਤਿਗੁਰ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਜਾਗਰਤਾ ਦੀ ਦਾਤ ਬਖਸ਼ੀ ਹੈ। ਨਹੀਂ ਤਾਂ ਭਗਤ ਕਬੀਰ ਜੀ ਫਰਮਾਨ ਕਰਦੇ ਹਨ, ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੈ ਮਰਾਰ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਂਡ ਪਸਾਰ। ਭਗਤ ਕਬੀਰ ਜੀ ਕਹਿੰਦੇ ਅੱਜ ਜਾਗਦਾ ਨਹੀਂ, ਉੱਠਦਾ ਨਹੀਂ, ਗਾਫਲਤ ਦੀ ਨੀਂਦ ਵਿੱਚ ਸੌਣਾ, ਦੋ ਦੋ ਰਜਾਈਆਂ ਲੈ ਕੇ ਚਮਲ ਚਮਲ ਕੇ ਸੌਣਾ। ਕਹਿੰਦਾ ਮੈਨੂੰ ਜਾਗ ਨਹੀਂ ਆਉਂਦੀ। ਉੱਦੇ ਜਾਗ ਆਊ ਜਿੱਦੇ ਨੌਂ ਲੱਕੜਾਂ ਉੱਤੇ ਧਰ ਕੇ ਅੱਗ ਲਾਤੀ, ਉੱਦੇ ਫਿਰ ਜਾਗ ਕੇ ਵਿਖਾਈ। ਭਗਤ ਕਬੀਰ ਜੀ ਕਹਿੰਦੇ ਅੱਜ ਕਹਿੰਦਾ ਮੈਨੂੰ ਜਾਗ ਨਹੀਂ ਆਉਂਦੀ, ਉਦੋਂ ਫਿਰ ਤੇਰੇ ਰਿਸ਼ਤੇਦਾਰ ਸਾਕ ਸੰਬੰਧੀ ਚੀਕਾਂ ਮਾਰ ਮਾਰ ਕੇ ਉਠਾਉਣਗੇ, ਫਿਰ ਉੱਠਣਾ ਨਹੀਂ। ਅੱਜ ਉੱਠ ਕੇ ਪਰਮਾਤਮਾ ਦਾ ਨਾਮ ਜਪ। ਆ ਸਮਾਂ ਪਰਮਾਤਮਾ ਦੇ ਨਾਮ ਜਪਣ ਦਾ। ਪਰ ਜਿਨ੍ਹਾਂ ਉੱਤੇ ਪਰਮਾਤਮਾ ਮਿਹਰ ਕਰਦਾ, ਨਜ਼ਰ ਕਰਦਾ, ਉਹੀ ਰਜਾਈ ਦਾ ਸੁੱਖ ਛੱਡਦੇ ਨੇ। ਨਹੀਂ ਤਾਂ ਗ੍ਰੰਥਾਂ ਨਾਲੋਂ ਵਧੀਆ ਗੱਲਾਂ ਲੋਕ ਸੁਣਾ ਦਿੰਦੇ ਨੇ। ਕੀ ਕਰੀਏ ਜੀ, ਥੱਕੇ ਹੋਏ ਸੀ। ਹਾਂ ਠੀਕ ਹੈ, ਕੰਮ ਕਰਨਾ ਜ਼ਰੂਰੀ ਹੈ। ਅਸੀਂ ਕਿਹੜਾ ਵਿਹਲੇ ਰਹਿੰਦੇ, ਅਸੀਂ ਵੀ ਕੰਮ ਕਰਦੀ ਹਾਂ। ਸਾਰਾ ਦਿਨ ਥੱਕੇ ਹੁੰਨੇ ਆ ਜੀ, ਤੜਕੇ ਜਦੋਂ ਆ ਕੇ ਰਾਤ ਨੂੰ ਪੈਂਦੇ ਆ, ਤੜਕੇ ਜਾਗ ਨਹੀਂ ਆਉਂਦੀ। ਇਹ ਗੁਰਬਾਣੀ ਦਾ ਫੈਸਲਾ। ਮਹਾਰਾਜ ਜੀ ਕਹਿੰਦੇ ਸਾਰੋ ਦਿਨ ਸ ਮਜ਼ਦੂਰੀ ਕਰੈ। ਮਜ਼ਦੂਰੀ ਕਰਦਾ ਮਨੁੱਖ ਸਾਰਾ ਦਿਨ। ਹਰ ਸਿਮਰਨ ਕੀ ਬੇਲਾ ਬੱਜਰ ਸਿਰ ਫਿਰ। ਕਹਿੰਦੇ ਚਲੋ ਜਿਹੜੇ ਵਿਹਲੇ ਆ ਉਹਨਾਂ ਨੂੰ ਵੀ ਕਹਿ ਦਿਓ, ਜਿਹੜੇ ਜਮਾ ਵਿਹਲੇ ਨੇ, ਕੰਮ ਧੰਦਾ ਨਹੀਂ ਕਰਦੇ, ਉਹਨਾਂ ਨੂੰ ਕਹੋ ਵੀ ਉੱਠ ਕੇ ਅੰਮ੍ਰਿਤ ਵੇਲੇ ਗੁਰਦੁਆਰੇ ਜਾਇਆ ਕਰੋ। ਕਹਿੰਦੇ ਸਾਥੋਂ ਨਹੀਂ ਜਾਇਆ ਜਾਂਦਾ, ਇਹ ਤੁਹਾਡਾ ਹੀ ਕੰਮ ਹੈ। ਆਵਣ ਕੋ ਏਕੈ ਕੋ ਆਇਆ। ਸਾਰੇ ਹੀ ਪਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ। ਉਹ ਕਿਹੜਾ ਮਨੁੱਖ ਹੈ ਜਿਹੜਾ ਕਹੇ ਵੀ ਮੈਂ ਰੱਬ ਦਾ ਨਾਮ ਲੈਣ ਵਾਸਤੇ ਨਹੀਂ ਆਇਆ। ਪਰ ਮਹਾਰਾਜ ਜੀ ਕਹਿੰਦੇ ਤਾਂ ਕੀ ਗੱਲ ਕੀ ਹੈ, ਮਨ ਹਰਾਮੀ ਹੁਜਤਾਂ ਢੇਰ। ਇਹ ਮਨ ਇਹੋ ਜਿਹੀਆਂ ਬਾਤਾਂ ਬਣਾ ਲੈਂਦਾ ਹੈ,
ਬਈ ਆਹ ਵੀ ਕੰਮ ਕਰਦੇ ਆ, ਆਹ ਵੀ ਕੰਮ ਕਰਕੇ ਆਏ ਆ ਜੀ, ਬਹੁਤ ਔਖਾ ਅੰਮ੍ਰਿਤ ਵੇਲੇ ਉੱਠਣਾ। ਪਰ ਉਹ ਕੰਮ ਤੇਰਾ ਜ਼ਰੂਰੀ ਨਹੀਂ, ਇਹ ਕੰਮ ਜ਼ਰੂਰੀ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਪਰਮਾਤਮਾ ਦਾ ਨਾਮ ਹੀ ਜਿਹੜਾ ਅੱਗੇ ਤੇਰੇ ਦਰਗਾਹ ਵਿੱਚ ਕੰਮ ਆਉਣਾ। ਨਾ ਕਿਹਾ ਜਿਹੜਾ ਕੰਮ ਧੰਦੇ ਸਾਰਾ ਦਿਨ ਰੁੱਝਿਆ ਰਹਿਣਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀਜੈ। ਛਿਨ ਛਿਨ ਤਨ ਛੀਜੈ, ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇਰਾ। ਭਗਤ ਕਬੀਰ ਜੀ ਕਹਿੰਦੇ ਇਹਨਾਂ ਵਾਸਤੇ ਹੀ ਕਰਦਾ ਨਾ, ਧੀਆਂ ਪੁੱਤਰਾਂ ਵਾਸਤੇ। ਬਖਤੇ ਖੀਰ ਕਹਿੰਦੇ ਸਾਰੇ ਮੁਖ ਮੋੜ ਜਾਣਗੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿੰਦੇ ਕੋਈ ਨਹੀਂ ਹੈ। ਫਿਰ ਕਰ ਕੀ, ਹਿਰਦੇ ਰਾਮ ਕੀ ਨਾ ਜਪੈ ਸਵੇਰਾ। ਆਓ ਅੱਜ ਦਾ ਦਿਨ 6 ਪੋਹ ਹੋ ਗਿਆ। ਅੱਜ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬਸਦਾ ਰਸਦਾ ਉਹ ਕਿਲਾ, ਸੁੱਖਾਂ ਦੇ ਵਿੱਚ ਬਸਦਾ ਸੀ ਸਾਰਾ ਪਰਿਵਾਰ। ਦੁੱਖ ਜ਼ਰੂਰ ਸੀ। ਮੈਂ ਉਹਦੇ ਤੋਂ ਇਹ ਅਰਜ਼ ਕਰਦਾ, ਦੁੱਖ ਆਉਂਦੇ ਨੇ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਜਦੋਂ ਦੁੱਖ ਆਉਂਦੇ ਨੇ ਮਨੁੱਖ ਚੀਕਾਂ ਮਾਰਦਾ, ਜਦੋਂ ਸੁੱਖ ਆਉਂਦੇ ਨੇ ਕੋਈ ਨਹੀਂ ਮਹਾਰਾਜ ਦਾ ਧੰਨਵਾਦ ਕਰਦਾ ਹੋਣਾ। ਗੁਰੂ ਗ੍ਰੰਥ ਸਾਹਿਬ ਮਾਰਦਾ, ਮਹਾਰਾਜ ਅੱਜ ਬੜਾ ਸੁੱਖ ਦਾ ਦਿਨ ਬਤੀਤ ਹੋਇਆ। ਇੱਕ ਪਾਠ ਸੌਪਈ ਦਾ ਕਰ ਲਈਏ, ਸੁਖਮਨੀ ਸਾਹਿਬ ਦਾ ਕਰ ਲਈਏ। ਅੱਜ ਵਧੀਆ 4 ਪੈਸੇ ਬਣਿਆ, ਉਹ ਗੁਰੂ ਨੂੰ ਲਿਆ ਕੇ ਘਰੇ ਆਪਾਂ ਗੁਰੂ ਦੇ ਨਾਲ 10 ਮਿੰਟ ਬੈਠ ਕੇ ਗੱਲਾਂ ਕਰੀਏ। ਕੋਈ ਹੈ ਇਹੋ ਜਿਹਾ? ਕਦੋਂ ਯਾਦ ਕਰਦੇ ਆ, ਕਾਮ ਪਰੇ ਤੇ ਸਿਮਰੀ, ਐਸਾ ਸਿਮਰੋ ਨਿਤ। ਕਹਿੰਦੇ ਜਦੋਂ ਕੰਮ ਪੈਂਦਾ, ਜਦੋਂ ਵਿਆਹ ਹੁੰਦਾ ਲੜਕੀ ਦਾ, ਲਿਆਓ ਹੁਣ ਤਾਂ 4 ਲਾਵਾਂ ਮਹਾਰਾਜ ਤੋਂ ਹੀ ਪੜਾਉਣੀਆਂ ਪੈਣਗੀਆਂ। ਬੋਲੋ ਸਤਨਾਮ। ਸਰਦਾ ਨਹੀਂ, ਹੁਣ ਤਾਂ ਮਹਾਰਾਜ ਤੋਂ ਹੀ ਪੜਾਉਣੀਆਂ ਪੈਣਗੀਆਂ 4 ਲਾਵਾਂ, ਤਾਂ ਲਿਆਉਣੇ ਆ ਨਾ। ਜੇ ਅਗਰ ਕਿਤੇ ਸਰ ਜੇ ਅਸੀਂ ਕਹਿ ਦਈਏ ਵੀ ਮਹਾਰਾਜ ਦੀ ਵੀ ਲੋੜ ਨਹੀਂ ਹੈ ਸਾਨੂੰ ਤਾਂ, ਪਰ ਉਸ ਵਕਤ ਜੇ ਬੁੜਾ ਮਰ ਗਏ ਜਾਂ ਬੁੜੀ ਮਰ ਜੇ ਫੇਰ ਵੀ ਲੋੜ ਪੈਂਦੀ ਹੈ ਨਾ, ਕੰਮ ਪੈਂਦਾ ਮਹਾਰਾਜ ਤੇ ਕਰ। ਫੇਰ ਕਹਿੰਦੇ ਆ ਉਹ ਲਿਆਓ ਮਹਾਰਾਜ ਨੂੰ ਪਾਠ ਕਰਾਉਣਾ ਪਊਗਾ। ਹੁਣ ਜੇ ਨਾ ਕਰਾਇਆ ਪਾਠ ਤਾਂ ਕਿਤੇ ਬੁੜਾ ਹੀ ਨਾ ਚਿੰਬੜ ਜੇ। ਬੋਲੋ ਸਤਨਾਮ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕੰਮ ਪਰੇ ਤੇ ਨਾ, ਜਦੋਂ ਕੰਮ ਪੈ ਗਿਆ ਉਹਦੀ ਸਿਮਰਨਾ ਨਹੀਂ। ਪਰਮਾਤਮਾ ਨੂੰ ਹਰ ਵਕਤ ਚੇਤੇ ਰੱਖ। ਓਏ ਪਰਮਾਤਮਾ ਨੂੰ ਜਦੋਂ ਕਿਤੇ ਬਖਤੇ ਖੀਰ ਤੈਨੂੰ ਇਹੋ ਜਿਹੀ ਲੋੜ ਪੈ ਗਈ, ਕਿਤੇ ਤੂੰ ਹਾਰੇ ਹੋਏ ਸਰਪੰਚ ਕੋਲੇ ਫਿਰੀ ਜਾਵੇਂ, ਜਦੋਂ ਕਿਤੇ ਤੇਰਾ ਕੰਮ ਥਾਣੇ ਕੋਰਟ ਕਚਹਿਰੀ ਵਿੱਚ ਫਸ ਗਿਆ, ਉਦੋਂ ਜਿਹੜਾ ਜਿੱਤਿਆ ਹੋਇਆ ਸਰਪੰਚ ਹੈ ਨਾ ਉਹ ਹੱਥ ਖੜੇ ਕਰ ਦੂਗਾ ਬਈ ਉਹਦੇ ਕੋਲ ਹੀ ਜਾ, ਮੈਂ ਨਹੀਂ ਜਾਂਦਾ। ਹਾਂ, ਪਹਿਲਾਂ ਉਹਦੇ ਕੋਲੇ ਫਿਰਦਾ ਰਿਹਾ, ਅੱਜ ਤੂੰ ਮੇਰੇ ਕੋਲੇ ਆ ਗਿਆ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਕੰਮ ਪਰੇ ਤੋਂ ਨਾ ਸਿਮਰੋ, ਜਦੋਂ ਕੰਮ ਹੈ ਉਦੋਂ ਹੀ ਗੁਰੂ ਨੂੰ ਸਿਮਰੀਏ। ਪਰ ਆਓ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਅੱਜ 6 ਪੋਹ ਨੂੰ ਫਿਰ ਅੰਮ੍ਰਿਤ ਵੇਲੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਸਿੰਘਾਂ ਦੇ ਬਹੁਤਾ ਕਹਿਣ ਤੇ, ਮਾਤਾ ਗੁਜਰੀ ਜੀ ਦੇ ਬਹੁਤਾ ਕਹਿਣ ਤੇ, ਮਾਤਾ ਗੁਜਰੀ ਦੀ ਕਹਿਣ ਲੱਗੀ ਲਾਲ ਜੀ ਹੁਣ ਫਿਰ ਛੱਡ ਦਿਓ ਕਿਲਾ, ਚਲੋ ਮਾਤਾ ਜੀ ਜਿਵੇਂ ਤੁਹਾਡਾ ਹੁਕਮ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹਿਣ ਤੇ, ਮਾਤਾ ਜੀ ਦੇ ਤੇ ਸਿੰਘਾਂ ਦੇ ਬਹੁਤਾ ਕਹਿਣ ਤੇ ਫਿਰ ਅੱਜ ਵਾਲੇ ਦਿਨ ਅੰਮ੍ਰਿਤ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਕੀਮਤੀ ਸਮਾਨ, ਕੁਝ ਕੀਮਤੀ ਗ੍ਰੰਥ ਮਹਾਰਾਜ ਦੇ ਜਿਹੜੇ ਜਿਨ੍ਹਾਂ ਨੂੰ ਅੱਜ ਬਹੁਤ ਸੇਧ ਮਿਲਣੀ ਸੀ ਕੌਮ ਨੂੰ, ਉਹ ਗ੍ਰੰਥ ਲੱਦ ਲਏ ਮਹਾਰਾਜ ਜੀ ਨੇ ਗੱਡਿਆਂ ਦੇ ਉੱਤੇ ਤੇ ਅੱਡੋ ਅੱਡੀ ਸਿੰਘਾਂ ਦੀ ਡਿਊਟੀ ਲਾ ਦਿੱਤੀ। ਗਿਣਤੀ ਦੇ ਸਿੰਘ ਨੇ ਥੋੜੇ ਨੇ, ਬਾਹਰ ਫੌਜ ਬਹੁਤੀ ਹੈ, ਮੁਗਲੀਆ ਫੌਜ। ਮਹਾਰਾਜ ਜੀ ਕੱਲੇ ਕੱਲੇ ਆਨੰਦਪੁਰ ਸਾਹਿਬ ਦੀ ਗਲੀ ਦੇ ਵਿੱਚ ਉਸ ਧਰਤੀ ਦੇ ਉੱਤੇ ਕਦਮ ਰੱਖਦੇ ਫਿਰਦੇ ਨੇ। ਜਾਂਦਿਆਂ ਜਾਂਦਿਆਂ ਉਸ ਜਗ੍ਹਾ ਉੱਤੇ ਚਲੇ ਗਏ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਿੱਤਰ ਸੀਸ ਦਾ ਸੰਸਕਾਰ ਕਰਿਆ, ਜਿਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸੀਸਗੰਜ ਸਾਹਿਬ। ਉਸ ਜਗ੍ਹਾ ਉੱਤੇ ਚਲੇ ਗਏ, ਜਾ ਕੇ ਉੱਥੇ ਅਰਦਾਸ ਬੇਨਤੀ ਕਰੀ ਬਈ ਮੈਂ ਹੁਣ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਤਾਂ ਜਾ ਰਿਹਾ, ਪਰ ਮੇਰੇ ਪਿਤਾ ਜੀ ਦੀ ਇਸ ਜਗ੍ਹਾ ਉੱਤੇ ਕੌਣ ਧੂਫ ਬੱਤੀ ਕਰੂਗਾ, ਜੋਤ ਲਾਉਣ ਵਾਸਤੇ ਕੋਈ ਹੈ? ਫਿਰ ਇੱਕ ਉਦਾਸੀ ਮਹੰਤ ਕਿਰਪਾਲ ਦਾਸ ਜੀ, ਜਿਹਦੇ ਨਾਲ ਦੇ 499 ਸਾਧ ਭੱਜ ਗਏ ਸੀ ਭਗਾਣੀ ਦੇ ਯੁੱਧ ਵਿੱਚ, ਇੱਕੋ ਹੀ ਮਹੰਤ ਕਿਰਪਾਲ ਦਾਸ ਬਚਿਆ ਸੀ। ਉਸ ਮਹੰਤ ਕਿਰਪਾਲ ਦਾਸ ਨੇ ਕਿਹਾ ਮਹਾਰਾਜ ਮੇਰੇ ਉੱਤੇ ਕਿਰਪਾ ਕਰ ਦਿਓ, ਮੇਰੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਇਹ ਸੇਵਾ ਮੈਂ ਕਰਿਆ ਕਰੂੰਗਾ।
ਮਹਾਰਾਜ ਕਹਿਣ ਲੱਗੇ ਬੜੀਆਂ ਤੱਤੀਆਂ ਹਵਾਵਾਂ ਚੱਲਣਗੀਆਂ ਪਰ ਤੇਰੇ ਕੰਨੀ ਕੋਈ ਵੀ ਜਿਹੜਾ ਉਹ ਅੱਖ ਝੱਕ ਕੇ ਨਹੀਂ ਵੇਖ ਸਕਦਾ। ਤੂੰ ਇਸੇ ਤਰ੍ਹਾਂ ਸਾਡੇ ਪਿਤਾ ਦੀ ਇਸ ਜਗ੍ਹਾ ਦੀ ਸੇਵਾ ਕਰਨੀ ਹੈ। ਫਿਰ ਰਾਤ ਦਾ ਸਮਾਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੁਜਰੀ ਦੀ ਡਿਊਟੀ ਲਾ ਦਿੱਤੀ, ਭਾਈ ਮਨੀ ਸਿੰਘ ਦੀ ਡਿਊਟੀ ਲਾ ਦਿੱਤੀ, ਸਿੰਘਾਂ ਦੀ ਡਿਊਟੀ ਲਾ ਦਿੱਤੀ। ਫਿਰ ਉਸ ਕਿਲੇ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਕਿਲੇ ਦੇ ਵਿੱਚ ਜਿਹੜਾ ਸਮਾਨ ਪਿਆ ਨਾ, ਗ੍ਰੰਥ ਪਏ ਨੇ ਕੀਮਤੀ, ਮੁਗਲ ਇਹਦੀ ਬੇਅਦਬੀ ਕਰਨਗੇ ਗ੍ਰੰਥਾਂ ਦੀ। 96 ਕਰੋੜ ਮਾਇਆ ਉਹਨਾਂ ਸਮਿਆਂ ਦੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਲੇ। ਤੇ ਮਹਾਰਾਜ ਜੀ ਨੇ ਆਪ ਸਾਰਾ ਸਮਾਨ ਗੱਡਿਆਂ ਉੱਤੇ ਲੱਦ ਕੇ ਅੱਜ ਦੀ ਜਿਹੜੀ ਰਾਤਰੀ ਲੰਘੀ ਹੈ ਇਸ ਰਾਤ ਨੂੰ, ਤੇ ਮਹਾਰਾਜ ਜੀ ਨੇ ਕਿਲਾ ਸਾਰੀ ਖਾਲੀ ਕਰ ਦਿੱਤਾ ਤੇ ਆਪ ਸਮਾਨ ਲੱਦ ਕੇ, ਵਿਦਵਾਨ ਬੜਾ ਸੁੰਦਰ ਲਿਖਿਆ, ਉਹ ਗੁਰੂ ਸਾਹਿਬ ਨੇ ਕਿਲਾ ਤਾਂ ਕਰਤਾ ਖਾਲੀ, ਸਮਾਨ ਲੱਦਿਆ ਘੋੜਿਆਂ ਦੇ। ਗੁਰੂ ਸਾਹਿਬ ਨੇ ਕਿਲਾ ਤਾਂ ਕਰਤਾ ਖਾਲੀ, ਸਮਾਨ ਲੱਦਿਆ ਘੋੜਿਆਂ ਤੇ। ਗੁਰੂ ਸਾਹਿਬ ਨੇ ਕਿਲਾ ਤਾਂ ਕਰਿਆ ਖਾਲੀ, ਸਮਾਨ ਲੱਦਿਆ ਘੋੜਿਆਂ ਤੇ। ਗੁਰੂ ਸਾਹਿਬ ਨੇ ਕਿਲਾ ਤਾਂ ਕਰਿਆ ਖਾਲੀ, ਸਮਾਨ ਲੱਦਿਆ ਘੋੜਿਆਂ ਤੇ। ਸਾਹਿਬ ਨੇ ਕਿਲਾ ਤਾਂ ਕਰਿਆ ਖਾਲੀ, ਸਮਾਨ ਲੱਦਿਆ ਘੋੜਿਆਂ ਤੇ। ਗੁਰੂ ਸਾਹਿਬ ਨੇ ਕਿਲਾ ਤਾਂ ਕਰਤਾ ਖਾਲੀ, ਸਮਾਨ ਲੱਦਿਆ ਘੋੜਿਆਂ ਦੇ। ਸਭ ਸਮਾਨ ਮਹਾਰਾਜ ਜੀ ਨੇ ਕੀਮਤੀ ਗ੍ਰੰਥ ਸੀ ਜਿਹੜੇ ਉਹ ਘੋੜਿਆਂ ਉੱਤੇ ਲੱਦ ਕੇ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਰਾਤ ਨੂੰ 12 ਵੱਜ ਕੇ ਕੁਝ ਮਿੰਟਾਂ ਤੇ ਇਤਿਹਾਸ ਵਿੱਚ ਜ਼ਿਕਰ ਮਿਲਦੇ ਹਨ। ਫਿਰ ਅਨੰਦਪੁਰ ਸਾਹਿਬ ਦੀ ਧਰਤੀ ਨੇ ਦੇਵੀ ਦਾ ਰੂਪ ਧਾਰਨ ਕਰਕੇ ਆਖਿਆ, ਸੱਚੇ ਪਾਤਸ਼ਾਹ ਹੁਣ ਜਾ ਰਹੇ ਹਾਂ। ਮਹਾਰਾਜ ਜੀ ਕਹਿੰਦੇ ਹਾਂ ਅਨੰਦਪੁਰ ਸਾਹਿਬ ਦੀ ਧਰਤੀ ਏ, ਮੈਂ ਜਾ ਰਿਹਾ ਹਾਂ। ਫਿਰ ਉਸ ਅਨੰਦਪੁਰ ਸਾਹਿਬ ਦੀ ਧਰਤੀ ਨੇ ਹੱਥ ਬੰਨ੍ਹ ਕੇ ਆਖਿਆ, ਪਾਤਸ਼ਾਹ ਫਿਰ ਕਦੋਂ ਮੇਲਾ ਹੋਊਗਾ? ਮਹਾਰਾਜ ਕਹਿਣ ਲੱਗੇ, ਸਰੀਰ ਕਰਕੇ ਤਾਂ ਨਹੀਂ ਮੈਂ ਆਉਂਦਾ, ਆਤਮਾ ਕਰਕੇ ਮੈਂ ਸਦਾ ਇੱਥੇ ਹਾਂ। ਸਾਲ ਦੀ ਸਾਲ ਮੇਰਾ ਖਾਲਸਾ ਆਇਆ ਕਰੂਗਾ, ਇੱਥੇ ਹੋਲਾ ਮਹੱਲਾ ਮਨਾਇਆ ਕਰੂਗਾ। ਅਨੰਦਪੁਰ ਸਾਹਿਬ ਦੀ ਇਹ ਧਰਤੀ ਏ, ਹੁਣ ਮੈਂ ਜਾ ਰਿਹਾ। ਫਿਰ ਅਗਲੀ ਬੇਨਤੀ ਕਰੀ ਉਸ ਅਨੰਦਪੁਰ ਸਾਹਿਬ ਦੀ ਧਰਤੀ ਨੇ, ਸੱਚੇ ਪਾਤਸ਼ਾਹ ਤੇਰੇ ਕੋਲੇ 4 ਪੁੱਤਰ ਨੇ। ਮਹਾਰਾਜ ਜੀ ਕਹਿੰਦੇ ਹਾਂ। ਵੱਡਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ। ਕਹਿੰਦੇ ਹਾਂ। ਫਿਰ ਇੱਕ ਦੇ ਜਾ ਮੈਨੂੰ ਪੁੱਤਰ, ਉਸ ਪੁੱਤਰ ਦੇ ਨਾਲ ਮੈਂ ਆਪਣਾ ਮਨ ਪਰਚਾ ਲੂੰ, ਉਸ ਪੁੱਤਰ ਦੇ ਨਾਲ ਖੇਡ ਕੇ ਮੈਂ ਆਪਣਾ ਗੁਜ਼ਾਰਾ ਕਰ ਲੂੰ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, 2 ਚਮਕੌਰ ਦੀ ਗੜੀ ਵਿੱਚ ਮੰਗੇ ਹੋਏ ਨੇ ਤੇ 2 ਉਹ ਸਰਹੰਦ ਦੀ ਕੰਧ ਦੇ ਵਿੱਚ ਮੰਗੇ ਹੋਏ ਨੇ। ਇਹ ਪੰਥ ਦੀ ਅਮਾਨਤ ਹੈ, ਅਮਾਨਤ ਵਿੱਚ ਮੈਂ ਖਿਆਨਤ ਨਹੀਂ ਕਰ ਸਕਦਾ। ਫਿਰ ਜਦੋਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਧਰਤੀ ਨੇ ਬੇਨਤੀ ਕਰੀ, ਮਹਾਰਾਜ ਹੁਣ ਸਦਾ ਵਾਸਤੇ? ਮਹਾਰਾਜ ਜੀ ਕਹਿੰਦੇ ਹਾਂ। ਚੰਦ ਲੈਣਾ ਫਿਰ ਬਲਣ ਕਰੀਆਂ ਮਹਾਂਪੁਰਖਾਂ ਨੇ ਆਪਣੀ ਕਲਮ ਦੁਆਰਾ। ਉਹ ਕੀ ਕਹਿੰਦੇ? ਜੀ ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ, ਉਹ ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਕਲਗੀਆਂ ਵਾਲਿਆ। ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ, ਉਹ ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ। ਇੱਕ ਤਾਂ ਦੇ ਜਾਂਦਾ ਤਾਂ ਜੀ, ਇੱਕ ਤਾਂ ਦੇ ਜਾਂਦਾ ਤਾਂ ਗੋਦ ਦਾ ਖਿਡੌਣਾ, ਇੱਕ ਤਾਂ ਦੇ ਜਾਂਦਾ ਤਾਂ ਗੋਦ ਦਾ ਖਿਡੌਣਾ। ਇੱਕ ਤਾਂ ਦੇ ਜਾਂਦਾ ਤਾਂ ਗੋਦ ਦਾ ਖਿਡੌਣਾ, ਇੱਕ ਤਾਂ ਦੇ ਜਾਂਦਾ ਤਾਂ ਗੋਦ ਦਾ ਖਿਡੌਣਾ। ਇੱਕ ਤਾਂ ਦੇ ਜਾਂਦਾ ਤਾਂ ਗੋਦ ਦਾ ਖਿਡੌਣਾ, ਇੱਕ ਤਾਂ ਦੇ ਜਾਂਦਾ ਤਾਂ ਗੋਦ ਦਾ ਖਿਡੌਣਾ।
ਉਹ ਚਾਰੇ ਸਾਹਿਬਜ਼ਾਦੇ ਨਾਲੇ ਲੈ ਕੇ ਤੁਰ ਪਿਆ, ਚਾਰੇ ਸਾਹਿਬਜ਼ਾਦੇ ਨਾਲੇ ਲੈ ਕੇ ਤੁਰ ਪਿਆ, ਚਾਰੇ ਸਾਹਿਬਜ਼ਾਦੇ ਨਾਲੇ ਲੈ ਕੇ ਤੁਰ ਪਿਆ, ਚਾਰੇ ਸਾਹਿਬਜ਼ਾਦੇ ਨਾਲੇ ਲੈ ਕੇ ਤੁਰ ਪਿਆ। ਇੱਕ ਤਾਂ ਦੇ ਜਾਂਦਾ ਤਾ ਜੀ, ਇੱਕ ਤਾਂ ਦੇ ਜਾਂਦਾ ਤਾ ਗੋਦ ਦਾ ਖਿਡੌਣਾ, ਉਹ ਇੱਕ ਤਾਂ ਦੇ ਜਾਂਦਾ ਤਾ ਗੋਦ ਦਾ ਖਿਡੌਣਾ, ਦੇ ਜਾਂਦਾ ਤਾ ਗੋਦ ਦਾ ਖਿਡੌਣਾ, ਇੱਕ ਤਾਂ ਦੇ ਜਾਂਦਾ ਤਾ ਗੋਦ ਦਾ ਖਿਡੌਣਾ। ਉਹ ਬੂਟੇ ਲੈ ਗਿਆ ਦਾਤਾ ਆਨੰਦਪੁਰ ਵਿੱਚੋਂ ਬਾਗ ਦਿਓ, ਬੂਟੇ ਲੈ ਗਿਆ ਦਾਤਾ ਆਨੰਦਪੁਰ ਵਿੱਚੋਂ ਬਾਗ ਦਿਓ, ਲੈ ਗਿਆ ਦਾਤਾ ਆਨੰਦਪੁਰ ਵਿੱਚੋਂ ਬਾਗ ਦਿਓ, ਬੂਟੇ ਲੈ ਗਿਆ ਦਾਤਾ ਆਨੰਦਪੁਰ ਵਿੱਚੋਂ ਬਾਗ ਦਿਓ। ਉਹ ਬੂਟੇ ਚੰਦਨ ਬਾਜੋਂ ਬਾਗ ਨੀ ਸਹਾਉਣਾ, ਬੂਟੇ ਚੰਦਨ ਬਾਜੋਂ ਬਾਗ ਨੀ ਸਹਾਉਣਾ, ਚੰਦਨ ਬਾਜੋਂ ਬਾਗ ਨੀ ਸਹਾਉਣਾ, ਬੂਟੇ ਚੰਦਨ ਬਾਜੋਂ ਬਾਗ ਨੀ ਸਹਾਉਣਾ। ਮਾਤਾ ਜੀ ਤੋਂ ਸੁੰਦਰੀ ਸਾਹਿਬ ਦੇਵਾ ਚੱਲ ਪਏ, ਮਾਤਾ ਜੀ ਤੋਂ ਸੁੰਦਰੀ ਸਾਹਿਬ ਦੇਵਾ ਚੱਲ ਪਏ, ਮਾਤਾ ਜੀ ਤੋਂ ਸੁੰਦਰੀ ਸਾਹਿਬ ਦੇਵਾ ਚੱਲ ਪਏ, ਮਾਤਾ ਜੀ ਤੋਂ ਸੁੰਦਰੀ ਸਾਹਿਬ ਦੇਵਾ ਚੱਲ ਪਏ। ਉਹ ਮਾਤਾ ਬਾਝੋ ਸਾਨੂੰ ਕੀਨੇ ਗਲ ਨਾਲ ਲਾਉਣਾ, ਮਾਤਾ ਬਾਝੋ ਸਾਨੂੰ ਕੀਨੇ ਗਲ ਨਾਲ ਲਾਉਣਾ, ਮਾਤਾ ਬਾਝੋ ਸਾਨੂੰ ਕੀਨੇ ਗਲ ਨਾਲ ਲਾਉਣਾ, ਮਾਤਾ ਬਾਝੋ ਸਾਨੂੰ ਕੀਨੇ ਗਲ ਨਾਲ ਲਾਉਣਾ। ਉਹ ਦਿਨ ਤਾਂ ਯਾਦ ਆਉਂਦੇ ਹੋਲੀ ਖੇਡੀ ਸਿੰਘਾਂ ਨਾਲ, ਦਿਨ ਤਾਂ ਯਾਦ ਆਉਂਦੇ ਹੋਲੀ ਖੇਡੀ ਸਿੰਘਾਂ ਨਾਲ, ਦਿਨ ਤਾਂ ਯਾਦ ਆਉਂਦੇ ਹੋਲੀ ਖੇਡੀ ਸਿੰਘਾਂ ਨਾਲ, ਦਿਨ ਤਾਂ ਯਾਦ ਆਉਂਦੇ ਹੋਲੀ ਖੇਡੀ ਸਿੰਘਾਂ ਨਾਲ। ਉਹ ਕਦੋਂ ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ, ਕਦੋਂ ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ, ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ, ਉਹ ਕਦੋਂ ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ, ਕਦੋਂ ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ, ਕਦੋਂ ਮਿਹਰ ਕਰੇਗਾ ਮੁੜ ਕੇ ਹੋਲਾ ਨਹਾਉਣਾ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਫਿਰ ਉਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਖਾਲਸਾ ਜੀ ਅੱਜ ਵਾਲੇ ਦਿਨ ਗੱਲਾਂ ਕਰ ਰਹੇ ਸੀ, ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਰਹੇ ਸੀ ਸਦਾ ਵਾਸਤੇ। ਇੱਕ ਵਾਰੀ ਪਟਨੇ ਦੀ ਧਰਤੀ ਛੱਡ ਦਿੱਤੀ, ਮੁੜ ਕੇ ਪਟਨੇ ਨਹੀਂ ਗਏ। ਅੱਜ ਆਨੰਦਪੁਰ ਦੀ ਧਰਤੀ ਨੂੰ ਸਰੀਰ ਕਰਕੇ ਤਿਆਗ ਰਹੇ ਨੇ। ਬੜੇ ਵਰ ਦਿੱਤੇ ਮੇਰਾ ਖਾਲਸਾ ਆਊਗਾ ਇੱਥੇ, ਸਾਲ ਦੀ ਸਾਧ ਹੋਲਾ ਮਹੱਲਾ ਖੇਡਿਆ ਕਰੂਗਾ। ਅਨੰਦਪੁਰ ਸਾਹਿਬ ਦੀ ਧਰਤੀ ਏ, ਬਾਰ-ਬਾਰ ਅਨੰਦਪੁਰ ਸਾਹਿਬ ਦੀ ਧਰਤੀ ਕਹਿ ਰਹੀ ਹੈ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਫਿਰ ਸਰੀਰ ਕਰਕੇ ਮਰਜ ਕਹਿਣ ਲੱਗੇ ਨਹੀਂ, ਕਿਸੇ ਮਾਤਾ ਨੂੰ ਭੇਜ ਦਿਓ ਮਹਾਰਾਜ। ਮਾਰੇ ਕਹਿਣ ਲੱਗੇ ਨਹੀਂ ਇਹ ਮਾਤਾ ਵੀ ਨਹੀਂ ਆਉਣੀ, ਇੱਕ ਪੁੱਤਰ ਨੂੰ ਭੇਜ ਦਿਓ, ਵੱਡੇ ਬਾਬੇ ਜੀਤ ਸਿੰਘ ਮਹਾਰਾਜ ਨੂੰ ਭੇਜ ਦਿਓ। ਕਹਿੰਦੇ ਇਹਨੂੰ 9 ਪੋਹ ਡੀਕ ਰਿਹਾ, ਅੱਜ 6 ਪੋਹ ਹੋ ਗਿਆ, 8 ਤੇ 9 ਪੋਹ ਵੱਡੇ ਬਾਬੇ ਜੀਤ ਸਿੰਘ ਬਾਬੇ ਜੁਝਾਰ ਸਿੰਘ ਨੂੰ ਜਿਹੜੇ ਨਾ ਉਹ ਚਮਕੌਰ ਦੀ ਗੜੀ ਡੀਕ ਰਹੀ ਹੈ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਧਰਤੀ ਦੇ ਵਿੱਚੋਂ ਜਦੋਂ ਅੱਜ ਵਾਲੇ ਦਿਨ ਅੰਮ੍ਰਿਤ ਵੇਲੇ ਤੁਰ ਰਹੇ ਨੇ, ਫਿਰ ਧਰਤੀ ਨੂੰ ਵੀ
बार बार ਜਿਹੜੇ ਉਹ ਵਰ ਦਿੰਦੇ ਨੇ। ਲੈ ਆਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੋੜ ਚੱਲੇ ਮੁੜੇ ਆਉਣਾ ਨੀ। ਆਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੋੜ ਚੱਲੇ ਮੁੜੇ ਆਉਣਾ ਨੀ। ਆਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੋੜ ਚੱਲੇ ਮੁੜੇ ਆਉਣਾ ਨੀ। ਆਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੋੜ ਚੱਲੇ ਮੁੜੇ ਆਉਣਾ ਨੀ। ਆਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੋੜ ਚੱਲੇ ਮੁੜੇ ਆਉਣਾ ਨੀ। ਲੈ ਆਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੋੜ ਚੱਲੇ ਮੁੜ ਆਉਣਾ ਨੀ। ਲੈ ਆਨੰਦਪੁਰੀਏ ਤੂੰ ਸੁਣ ਲੈ ਨੀ ਇਹ ਬਾਕ ਨੇ ਦਿਲੀਰ ਬਾਬਾ ਦੇ। ਆਨੰਦਪੁਰੀਏ ਤੂੰ ਸੁਣ ਲੈ ਨੀ ਇਹ ਬਾਕ ਨੇ ਦਿਲੀਰ ਬਾਬਾ ਦੇ। ਠੀਕ ਹੈ ਬਾਜਾਂ ਵਾਲੇ ਨੇ ਵਿੱਚ ਧਰ ਲੈ ਚਰਨ ਰਕਾਬਾਂ ਦੇ। ਠੀਕ ਹੈ ਬਾਜਾਂ ਵਾਲੇ ਨੇ ਵਿੱਚ ਧਰ ਲੈ ਚਰਨ ਰਕਾਬਾਂ ਦੇ। ਰੋਗੇ ਨੈਣ ਗਵਾਲੀ ਨਾ ਤੂੰ ਖਿੜ ਖਿੜ ਕਰਕੇ ਹੱਸਦੀ ਰੋ। ਲੈ ਆਨੰਦਪੁਰੀਏ ਤੂੰ ਵਸਦੀ ਰਹਿ ਕਰ ਕੂਚ ਚੱਲੇ ਮੁੜ ਮੋੜੇ। ਆਉਣਾ ਨੀ। ਲੈ ਆਨੰਦਪੁਰੀਏ ਤੂੰ ਵਸਦੀ ਰਹਿ ਕਰ ਕੂਚ ਚੱਲੇ ਮੁੜ ਆਉਣਾ ਨੀ। ਲੈ ਆਨੰਦਪੁਰੀਏ ਤੂੰ ਵਸਦੀ ਰਹਿ ਕਰ ਕੂਚ ਚੱਲੇ ਮੁੜ ਆਉਣਾ ਨੀ। ਲੈ ਆਨੰਦਪੁਰੀਏ ਤੂੰ ਵਸਦੀ ਰਹਿ ਕਰ ਕੂਚ ਚੱਲੇ ਮੁੜ ਆਉਣਾ ਨੀ। ਧੰਨ ਕਲਗੀਧਰ ਪਾਤਸ਼ਾਹ। ਉੱਤੋਂ ਮੀਂਹ ਪੈ ਰਿਹਾ ਹੈ। ਅੱਜ ਵਾਲਾ ਸਮਾਂ ਨਹੀਂ ਸੀ, ਮੀਂਹ ਪੈਂਦਾ, ਠੱਕਾ ਚੱਲਦਾ, ਹਵਾ ਇੰਨੀ ਤੇਜ਼ ਚੱਲਦੀ ਹੈ। ਬਜ਼ੁਰਗਾਂ ਤੋਂ ਸੁਣਦੇ ਆਂ ਅੱਜ ਤਾਂ ਹੈ ਹੀ ਨਹੀਂ, ਠੰਡ ਹੈ। ਜੇ ਮਾੜੀ ਜੀ ਘੰਟਾ 2 ਘੰਟੇ ਜ਼ਿਆਦਾ ਠੰਡ ਪੈ ਜੇ ਫਿਰ ਵੀ ਲੋਕ ਰੱਬ ਨੂੰ ਧਰ ਲੱਗਦੇ ਨੇ ਪੁੱਛਾਂ ਵਾਲੀਆਂ ਗਾਲਾਂ, ਇਹਨੇ ਬਾਹਲੀ ਠੰਡ ਪਾਤੀ। ਜੇ ਕਿਤੇ ਮਾੜੀ ਜੀ ਗਰਮੀ ਪੈਣ ਲੱਗ ਜਾਂਦੇ ਫਿਰ ਰੱਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਲੋਕ। ਪਤਾ ਹੀ ਨਹੀਂ ਕਿਹੜੀ ਗੱਲ ਤੇ ਸੁਖੀ ਨੇ। ਮਾੜਾ ਜਾ ਕਿਤੇ ਠੰਡ ਪੈਣ ਲੱਗ ਜੇ ਨਾ ਉਹਦੀ ਮੀਡੀਆ ਵਾਲੇ ਦਿਖਾ ਦੇਣਗੇ ਖਬਰ, ਇਹ 35 ਸਾਲ ਪਹਿਲਾਂ ਪਈ ਸੀ ਠੰਡ, ਇਹੋ ਜੀ 40 ਸਾਲ ਪਹਿਲਾਂ ਪਈ। ਸਾਡੇ ਬਜ਼ੁਰਗਾਂ ਨੂੰ ਪੁੱਛ ਕੇ ਵੇਖੋ, ਤੁਹਾਡਾ ਮੀਡੀਆ ਨਹੀਂ ਉਹ ਸੱਚ ਬੋਲਦਾ, ਇਹ ਤਾਂ ਅੱਜ ਗੋਦੀ ਮੀਡੀਆ ਬਣਿਆ ਹੋਇਆ। ਸਾਡੇ ਬਜ਼ੁਰਗਾਂ ਨੂੰ ਪੁੱਛੋ, ਜਦੋਂ ਦੱਸਦੇ ਨੇ ਪਾਣੀ ਖੜਾ ਖਾਲਾਂ ਵਿੱਚ ਜੰਮ ਜਾਂਦਾ ਹੁੰਦਾ ਸੀ, ਅੱਜ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਖੜਾ ਪਾਣੀ ਖਾਲਾਂ ਵਿੱਚ ਜੰਮਿਆ। ਮਾੜੀ ਜੀ ਠੰਡ ਪੈ ਗਈ, ਥੋੜੀ ਜੀ ਉਹ ਘਾਹ ਦੇ ਉੱਤੇ ਜਿਹੜੀ ਉਹ ਤਰੇਲ ਜੀ ਜੰਮ ਗਈ, ਇਹ ਬਰਫ਼ ਪੈ ਗਈ ਜੀ, ਐ ਹੋ ਗਿਆ। ਪਰ ਪਹਾੜੀ ਇਲਾਕੇ ਵਿੱਚ ਜਾ ਕੇ ਵੇਖੋ ਕਿੰਨੀ ਬਰਫ਼ ਪੈਂਦੀ ਹੈ। ਭਾਵ ਕਹਿਣ ਤੋਂ ਉਸ ਵਕਤ ਮੀਂਹ ਪੈਂਦਾ ਸੀ, ਠੱਕਾ ਚੱਲਦਾ ਸੀ, ਇੰਨੀ ਹਨੇਰੀ ਚੱਲ ਰਹੀ ਸੀ ਤੇ ਸਮਾਂ ਰਾਤ ਦਾ ਸੀ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਆਨੰਦਗੜ੍ਹ ਦੇ ਕਿਲੇ ਦੇ ਨਾਲ ਅੱਜ 2 ਖਣਾਂ ਦਾ ਕੋਠਾ ਛੱਡਣਾ ਔਖਾ ਹੈ ਖਾਲਸਾ ਜੀ। ਪਰ ਇਹ ਜਿਗਰਾ ਧੰਨ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ, ਤੇ ਤਾਂ ਹੀ ਤਾਂ ਫਿਰ ਅੱਜ ਉਹਨਾਂ ਨੂੰ ਪੂਜਦੇ ਨੇ ਜਗ ਸੰਸਾਰ ਦੇ ਲੋਕ। ਅੱਜ ਥਾਂ ਥਾਂ ਦੇ ਉੱਤੇ ਕਲਗੀਧਰ ਪਾਤਸ਼ਾਹ ਮਰਦੇ ਉਸ ਯਾਦ ਦੇ ਵਿੱਚ ਜੋੜ ਮੇਲੇ ਲੱਗ ਰਹੇ ਨੇ, ਕਿਤੇ ਲੰਗਰ ਲੱਗ ਰਹੇ ਨੇ, ਕਿਤੇ ਉਹਨਾਂ ਦੀ ਯਾਦ ਵਿੱਚ ਬਾਣੀ ਪੜ੍ਹੀ ਜਾ ਰਹੀ ਹੈ, ਕਿਉਂਕਿ ਉਹਨਾਂ ਦੀ ਕਰਨੀ ਤੇ ਕਮਾਈ ਸੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ। ਫਿਰ ਅਨੰਦਪੁਰ ਸਾਹਿਬ ਦੀ ਧਰਤੀ ਨੇ ਆਖਿਆ, ਸੱਚਿਆ ਪਾਤਸ਼ਾਹ ਹੁਣ ਸਦਾ ਵਾਸਤੇ ਜਾ ਰਹੇ ਹਾਂ। ਮਹਾਰਾਜ ਜੀ ਕਹਿਣ ਲੱਗੇ, ਹਾਂ ਅਨੰਦਪੁਰ ਸਾਹਿਬ ਦੀ ਧਰਤੀ ਏ, ਮੈਂ ਸਦਾ ਵਾਸਤੇ ਜਾ ਰਿਹਾ ਹਾਂ। ਮਾਤਾ ਗੁਜਰੀ ਜੀ ਦੀ ਡਿਊਟੀ ਲਾ ਦਿੱਤੀ, ਆਨੰਦਗੜ੍ਹ ਦੇ ਕਿਲੇ ਵਿੱਚੋਂ ਬਾਹਰ ਹੋਣ ਲੱਗੇ ਸੱਚੇ ਪਾਤਸ਼ਾਹ। ਜਦੋਂ ਪਰਿਵਾਰ ਬਾਹਰ ਕਰ ਦਿੱਤਾ, ਰਾਤ ਦਾ ਸਮਾਂ ਤੇ ਕੁਝ ਗਿਣਤੀ ਦੇ ਸਿੱਖ ਅੱਗੇ ਲਾ ਦਿੱਤੇ, ਵਿਚਾਲੇ ਪਰਿਵਾਰ, 2 ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ। ਵੱਡੇ 2 ਸਾਹਿਬਜ਼ਾਦੇ ਘੋੜਿਆਂ ਉੱਤੇ ਸਵਾਰ ਨੇ ਤੇ ਛੋਟੇ ਹਜੇ ਨਿੱਕੇ ਨੇ ਨਾ, 7 ਸਾਲ ਤੇ 9 ਸਾਲ ਦੇ ਨੇ, ਉਹ ਮਾਤਾ ਗੁਜਰੀ ਜੀ ਦੇ ਕੋਲ ਨੇ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਹਰ ਹੋ ਗਏ, ਫੇਰ ਬਾਰ-ਬਾਰ ਧਰਤੀ ਅਨੰਦਪੁਰ ਸਾਹਿਬ ਦੀ ਅਰਦਾਸਾਂ ਬੇਨਤੀਆਂ ਕਰਦੀਆਂ, ਸੱਚੇ ਪਾਤਸ਼ਾਹ ਉਹ ਸੱਚ ਦੱਸੀ ਚੋਜੀ ਪ੍ਰੀਤਮਾ, ਕਦੋਂ ਮਾਰੇਗਾ ਅਨੰਦਪੁਰ ਗੇੜਾ, ਬਈ ਸੱਚ ਦੱਸੀ
ਚੋਜੀ ਪ੍ਰੀਤਮਾ ਕਦੋਂ ਮਾਰੇਗਾ ਆਨੰਦਪੁਰ ਗੇੜਾ। ਉਹ ਸੱਚ ਦਸੀ ਚੋਜੀ ਪ੍ਰੀਤਮਾ ਕਦੋਂ ਮਾਰੇਗਾ ਆਨੰਦਪੁਰ ਗੇੜਾ। ਉਹ ਸੱਚ ਦਸੀ ਚੋਜੀ ਪ੍ਰੀਤਮਾ ਕਦੋਂ ਮਾਰੇਗਾ ਆਨੰਦਪੁਰ ਗੇੜਾ। ਦਸੀ ਚੋਜੀ ਪ੍ਰੀਤਮਾ ਕਦੋਂ ਮਾਰੇਗਾ ਆਨੰਦਪੁਰ ਗੇੜਾ। ਸੱਚ ਦਸੀ ਚੋਜੀ ਪ੍ਰੀਤਮਾ ਕਦੋਂ ਮਾਰੇਗਾ ਆਨੰਦਪੁਰ ਗੇੜਾ। ਇਹ ਸਵਾਲ ਤੇ ਜਵਾਬ ਅਨੰਦਪੁਰ ਸਾਹਿਬ ਦੀ ਧਰਤੀ ਦੇ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੋ ਰਹੇ ਨੇ। ਫਿਰ ਦੋ ਦਾ ਜੋੜਾ ਬਣਾਤਾ ਮਹਾਰਾਜ ਜੀ ਨੇ, 2 ਵੱਡੇ ਸਾਹਿਬਜ਼ਾਦੇ 2 ਛੋਟੇ ਸਾਹਿਬਜ਼ਾਦੇ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਧਰਤੀ ਨੇ ਆਖਿਆ, ਮਹਾਰਾਜ ਇਸ ਧਰਤੀ ਉੱਤੇ ਤੁਸੀਂ ਬੜਾ ਵਿਚਰੇ, ਇੱਥੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਵਿਦਿਆ ਪੜ੍ਹੀ ਪੜ੍ਹਾਈ ਤੇ ਇੱਥੇ ਖਾਲਸੇ ਨੇ ਬੜੇ ਆਨੰਦ ਮਾਣੇ। ਧੰਨ ਮਾਤਾ ਗੁਜਰ ਕੌਰ ਜੀ ਨੇ ਥਾਂ ਥਾਂ ਤੇ ਕਦਮ ਰੱਖ ਕੇ ਮੈਨੂੰ ਬੜੀ ਸ਼ਾਂਤੀ ਬਖਸ਼ਿਸ਼ ਕੀਤੀ। ਸੱਚੇ ਪਾਤਸ਼ਾਹ ਅੱਜ ਤੇਰੇ ਇਹ ਸੋਹਣੇ ਸੋਹਣੇ ਜਿਹੜੇ ਬਾਜਾਂ ਵਰਗੇ ਨੇ, ਹੰਸਾਂ ਵਰਗੇ ਤੇਰੇ ਪੁੱਤਰ ਨੇ ਜਿਹੜੇ, ਇਹ ਵੀ ਜਾ ਰਹੇ ਨੇ। ਮਾਤਾ ਗੁਜਰੀ ਜੀ ਕਹਿਣ ਲੱਗੇ, ਹਾਂ ਅਨੰਦਪੁਰ ਸਾਹਿਬ ਦੀ ਧਰਤੀ ਏ, ਇਹ ਵੀ ਜਾ ਰਹੇ ਨੇ। ਇਹਨਾਂ ਨੂੰ ਤਾਂ ਉਹ ਸਮਾਂ ਜਿਹੜਾ ਨਾ ਅੱਗੇ ਉਡੀਕ ਰਿਹਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਨੇ ਆਖਿਆ, ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ, ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ, ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ, ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ, ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ, 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 ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਆਨੰਦਪੁਰ ਤੋਂ। ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਐਸੇ ਸਿੱਖ ਜਿਹੜੇ, ਕਾਰਨ ਕੀ ਸੀ? ਉਸ ਮੁਗਲੀਆ ਹਕੂਮਤ ਨੇ ਕਿਹਾ 22 ਧਾਰ ਦੇ ਪਹਾੜੀ ਰਾਜੇ ਜਿਨ੍ਹਾਂ ਦੇ ਉੱਤੇ ਮਹਾਰਾਜ ਨੇ ਪਰਉਪਕਾਰ ਕੀਤਾ, ਉਸ ਗਵਾਲੀਅਰ ਦੇ ਕਿਲੇ ਵਿੱਚੋਂ ਕਢਾ ਕੇ ਲਿਆਂਦੇ, ਜਹਾਂਗੀਰ ਦੇ ਕੈਦ ਕਰੇ ਹੋਏ ਸੀ, ਤੇ ਉਹਨਾਂ ਦੇ ਉੱਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉਸ ਅੱਗੇ ਬਜ਼ੁਰਗਾਂ ਨੇ ਭਲਾ ਕੀਤਾ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਪੋਤੇ ਪੜੋਤੇ ਅੱਗੇ ਮਹਾਰਾਜ ਜੀ ਨੂੰ ਆ ਕੇ ਜਿਨ੍ਹਾਂ ਨੇ ਘੇਰਾ ਪਾਇਆ। ਕਾਰਨ ਕੀ ਸੀ? ਕਹਿਣ ਲੱਗੇ, ਦੇਖੋ ਇਹਨਾਂ ਦੀ ਕਿੰਨੀ ਠਾਠ ਵਾਟ ਹੈ, ਇਹ ਗੁਰੂ ਨਾਨਕ ਦੀ ਫਕੀਰੀ ਗੱਦੀ ਹੈ, ਇਹਨਾਂ ਨੂੰ ਕੀ ਲੋੜ ਹੈ ਆ ਜਿਹੜਾ ਬਾਜ ਰੱਖਣ ਦੀ, ਇਹਨਾਂ ਨੂੰ ਕੀ ਲੋੜ ਹੈ ਰਣਜੀਤ ਨਗਾਰਾ ਮੜਨ ਦੀ। ਤੇ ਪਹਿਲਾ 2 ਨਾਂ ਤੁਹਾਡੇ ਨਾਲ ਜਿਹੜੇ ਸਾਂਝੇ ਕੀਤੇ, ਪਹਿਲਾ ਨਾਂ ਮੱਖੋਵਾਲ ਸਾਹਿਬ ਤੇ ਦੂਸਰਾ ਨਾਂ ਚੱਕ ਨਾਨਕੀ, ਆਪਣੀ ਮਾਤਾ ਦੇ ਨਾਂ ਦੇ ਉੱਤੇ। ਚੱਕ ਨਾਨਕੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਸੀ, ਮਾਤਾ ਨਾਨਕੀ ਜੀ। ਤੇ ਤੀਸਰਾ ਫਿਰ ਨਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਰੱਖਿਆ ਸੀ, ਉਹਦਾ ਨਾਂ ਆਨੰਦਪੁਰ ਸਾਹਿਬ ਹੈ। ਉੱਥੇ 1699 ਦੀ ਵਿਸਾਖੀ ਨੂੰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸਾ ਆਨੰਦ ਵਰਸਾਇਆ, ਖਾਲਸਿਆਂ ਦਾ ਇਕੱਠ ਕੀਤਾ, ਅੰਮ੍ਰਿਤ ਛਕਾਇਆ, ਬੜਾ ਆਨੰਦ ਆਇਆ। ਮਹਾਰਾਜ ਕਹਿਣ ਲੱਗੇ, ਅੱਜ ਤੋਂ ਇਹਦਾ ਨਾਂ ਆਨੰਦਪੁਰ ਸਾਹਿਬ ਦੀ ਧਰਤੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਆਨੰਦ ਵਰਤਾਇਆ। ਕਹਿਣ ਤੋਂ ਭਾਵ ਫਿਰ ਤੀਸਰਾ ਨਾਂ ਰੱਖਿਆ ਸੀ ਮਹਾਰਾਜ ਜੀ ਨੇ, ਉਹ ਸਤਲੁਜ ਦੇ ਕੰਢੇ ਦੇ ਉੱਤੇ ਆਨੰਦਪੁਰ ਸਾਹਿਬ ਵਸਾ ਕੇ ਆਨੰਦਪੁਰ ਸਾਹਿਬ ਬਣ ਗਿਆ। ਸਤਲੁਜ ਦੇ ਕੰਢੇ ਆਨੰਦਪੁਰ ਸਾਹਿਬ ਬਣ ਗਿਆ, ਸਤਲੁਜ ਦੇ ਕੰਢੇ, ਹਾਂਜੀ ਕੰਢੇ।
ਸਤਲੁਜ ਦੇ ਕੰਢੇ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ ਹਾਜੀ ਕੰਢੇ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ ਹਾਜੀ ਕੰਢੇ गतका खेडन सूर में हाँ सूर में हाथ फड़ के खंडे गतका खेडन सूर में हाथ फड़ के खंडे हाजी खंडे उठो गतका खेडन सूर में हाथ फड़ के खंडे गतका खेडन सूर में हाथ फड़ के खंडे हाजी खंडे उसे गतका खेडन सूर में हाथ फड़ के खंडे उसे गतका खेडन सूर में हाथ फड़ के खंडे हाजी खंडे उठे फौजा कठिया हो गईया रण पै के ठंडे फौजा कठिया हो गईया रण पै के ठंडे हाजी ठंडे फौजा कठिया हो गया रण पै गए ठंडे उसे फौजा कठिया हो गया रण पै गए ठंडे हाजी ठंडे फौजा कठिया हो गया रण पै गए ठंडे उसे फौजा कठिया हो गया रण पै गए ठंडे हाजी ठंडे आनंदपुर साहिब बन गया सतलुज दे कंढे आनंदपुर साहिब बन गया सतलुज दे कंढे हाजी कंढे आनंदपुर साहिब बन गया सतलुज दे कंढे आनंदपुर साहिब बन गया सतलुज दे कंढे हाजी कंढे आनंदपुर साहिब बन गया सतलुज दे कंढे आनंदपुर साहिब बन गया सतलुज दे कंढे हाजी कंढे आनंदपुर साहब गुरु तेग बहादुर महाराज ने बै खरीद मुल आप धरती लई ते आनंदपुर साहिब वसाया ते 1 मिनट लाया छड्डण लग्या प्यार नहीं पाया उहदे नाल उस गुरु दे पुत्र हैं आपां जिस गुरु ने बनाया सब कुछ सवा लख घट तो घट कोई चीज ही नहीं सी महाराज दे कोले सवा लख दा चरना विच पाउण वाला जोड़ा सवा लख दी सिर ते कलगी बस कारण इंने ही सी एक वारी आनंदगढ़ दा किला छड़ दिओ साडी जित हो जूगी ते आके भावे तुसी फेर रहन लग जाओ ये झूठियां सगंधां खादियां आके फेर रहन लग जाओ महाराज कहण लगे असीं जाणदे हां सानू पता सब कुछ है क्यों क्योंकि आप खुद आप नारायण कला धार जग में परवरियो फिर छोटे साहबजादे माता गुजरी नूं पुछदे ने माता जी हुण आपां जावांगे कित्थे माता जी कहन लगे जिथे लै जावे करतार उत्थे नूं लालो जावांगे ते धन माता गुजरी जी नूं पता दुख है वो तां जिहड़ा जन्म तो लैके दुखां दे विच ही रही माता गुजरी ते धन माता गुजरी जी नूं वो छोटे छोटे लाल पुछदे ने माता आप आनंदपुर साहब की धरती तो जा रहे हैं माता कहन लगी हाँ पुत्रो जा रहे हैं रात का समय
ਤੇ ਫਿਰ ਕਿਹਾ ਮਾਤਾ ਗੁਜਰੀ ਜੀ ਨੇ ਚਲੋ ਅੱਗੇ ਜਿਵੇਂ ਪਰਮਾਤਮਾ ਦਾ ਹੁਕਮ ਹੈ। ਕਿਤੇ ਨਾ ਕਿਤੇ ਤਾਂ ਕਲਗੀਆਂ ਵਾਲਾ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਦੀ ਜੋਤ ਆਪਾਂ ਨੂੰ ਉਹ ਸੁੱਖ ਦੀਆਂ ਘੜੀਆਂ ਦੇਊਗੀ ਨਾ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜੇ ਅੱਜ ਦੁੱਖ ਹੈ ਤਾਂ ਕੱਲ ਨੂੰ ਸੁੱਖ ਵੀ ਤਿਆਰ ਹੈ, ਜੇ ਅੱਜ ਸੁੱਖ ਹੈ ਤਾਂ ਕੱਲ ਨੂੰ ਦੁੱਖ ਵੀ ਤਿਆਰ ਹੈ। ਤੇ ਮਾਤਾ ਗੁਜਰੀ ਜੀ ਨੇ ਕਿਹਾ ਪੁੱਤਰੋ ਕਿਤੇ ਮਿਲ ਜੂ ਸਬੱਬ ਨਾਲ ਤੁਹਾਨੂੰ ਉਹ ਸੁੱਖਾਂ ਤੇ ਰਾਮ ਦੀ ਮਿਲ ਜੂ ਸਬੱਬ ਨਾਲ ਤੁਹਾਨੂੰ ਸੁੱਖਾਂ ਤੇ ਰਾਮ ਦੀ ਘੜੀ ਮਿਲ ਜੂ ਸਬੱਬ ਨਾਲ ਤੁਹਾਨੂੰ ਸੁੱਖਾਂ ਤੇ ਰਾਮ ਦੀ ਘੜੀ। ਕਿਤੇ ਮਿਲ ਜੂ ਸਬੱਬ ਨਾਲ ਤੁਹਾਨੂੰ ਸੁੱਖਾਂ ਤੇ ਰਾਮ ਦੀ ਘੜੀ। ਕਿਤੇ ਮਿਲ ਜੂ ਸਬੱਬ ਨਾਲ ਤੁਹਾਨੂੰ ਬੋਲੋ ਭਾਈ ਕਿਤੇ ਮਿਲ ਜੂ ਸਬੱਬ ਨਾਲ ਤੁਹਾਨੂੰ ਸੁੱਖਾਂ ਤੇ ਰਾਮ ਦੀ ਘੜੀ। ਸੋਸ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਫਿਰ ਛੱਡ ਕੇ ਮਹਾਰਾਜ ਜੀ ਬਾਹਰਲੇ ਪਾਸੇ ਆ ਗਏ। ਮੀਂਹ ਪੈ ਰਿਹਾ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਮਹਾਰਾਜ, ਬਾਬਾ ਜੁਝਾਰ ਸਿੰਘ ਜੀ ਘੋੜਿਆਂ ਉੱਤੇ ਸਵਾਰ ਨੇ। ਥੋੜੀ ਜੀ ਦੂਰ ਗਏ ਸੀ ਹਜੇ। ਵੱਡੇ ਬਾਬੇ ਅਜੀਤ ਸਿੰਘ ਜੀ ਨੇ ਘੋੜਾ ਮੋੜ ਕੇ ਫੇਰ ਅਨੰਦਪੁਰ ਸਾਹਿਬ ਕਿੰਨੀ ਨੂੰ ਕਰ ਦਿੱਤਾ। ਨਾਲ ਦੇ ਸਾਹਿਬਜ਼ਾਦੇ ਨੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਮਦਨ ਸਿੰਘ ਜੀ, ਭਾਈ ਕਾਠਾ ਸਿੰਘ ਜੀ ਪੁੱਛਦੇ ਨੇ ਲਾਲ ਜੀ ਪਿੱਛੇ ਨੂੰ ਮੁੜ ਕੇ ਕੀ ਵੇਖਦੇ ਹੋ? ਕਹਿੰਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਅਸੀਂ ਖੇਡੇ ਪਲੇ, ਸ਼ਸਤਰ ਵਿਦਿਆ ਲਈ, ਅਸਤਰ ਵਿਦਿਆ ਲਈ, ਤੇ ਅੱਜ ਅਸੀਂ ਇਹਨੂੰ ਛੱਡ ਕੇ ਜਾ ਰਹੇ ਹਾਂ। ਭਾਈ ਦਇਆ ਸਿੰਘ ਜੀ ਤਲਾਸਾ ਦੇਣ ਦੇ ਮਾਰੇ ਕਹਿਣ ਲੱਗੇ ਲਾਲ ਜੀ ਆਪਾਂ ਤਾਂ ਕੁਝ ਸਮੇਂ ਵਾਸਤੇ ਜਾ ਰਹੇ ਹਾਂ, ਆ ਜਾਾਂਗੇ ਮੁੜ ਕੇ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪੁੱਤਰ ਸੀ, ਸਭ ਕੁਝ ਪਤਾ ਸੀ, ਗਿਆਨ ਸੀ। ਉਹ ਕਹਿਣ ਲੱਗੇ ਭਾਈ ਦਇਆ ਸਿਆ ਹੁਣ ਅਸੀਂ ਇਸ ਅਨੰਦਪੁਰ ਸਾਹਿਬ ਦੀ ਧਰਤੀ 'ਚ ਮੁੜ ਕੇ ਨਹੀਂ ਆਉਣਾ। ਇੱਕ ਵਾਰੀ ਚਲੇ ਗਏ, ਸਰੀਰ ਕਰਕੇ ਅਸੀਂ ਇੱਥੇ ਵਾਪਸ ਨਹੀਂ ਆਉਣਾ। ਪਰ ਭਾਈ ਦਇਆ ਸਿੰਘ ਜੀ ਨੂੰ ਆਖਰੀ ਵਚਨ ਕਰ ਰਹੇ ਨੇ। ਤੁਰਦਿਆਂ ਹੀ ਬਾਬੇ ਅਜੀਤ ਸਿੰਘ ਨੇ ਕਿਹਾ ਭਾਈ ਦਇਆ ਸਿੰਘ ਜੀ ਗੱਲ ਸੁਣੋ, ਜਿੱਥੇ ਖੇਡ ਕੇ ਜੀ ਬਚਪਨ ਗੁਜ਼ਾਰਿਆ ਛੱਡ ਚੱਲੇ ਆਨੰਦਪੁਰੀਏ। ਖੇਡ ਕੇ ਜੀ ਬਚਪਨ ਗੁਜ਼ਾਰਿਆ ਛੱਡ ਚੱਲੇ ਆਨੰਦਪੁਰੀਏ। ਜੀ ਬਚਪਨ ਗੁਜ਼ਾਰਿਆ ਛੱਡ ਚੱਲੇ ਆਨੰਦਪੁਰੀਏ। ਜਿੱਥੇ ਖੇਡ ਕੇ ਜੀ ਬਚਪਨ ਗੁਜ਼ਾਰਿਆ ਉਹ ਛੱਡ ਚੱਲੋ ਆਨੰਦਪੁਰੀ। ਬਚਪਨ ਗੁਜ਼ਾਰਿਆ ਛੱਡ ਚੱਲੇ ਆਨੰਦਪੁਰੀ। ਜਿੱਥੇ ਖੇਡ ਕੇ ਜੀ ਬਚਪਨ ਗੁਜ਼ਾਰਿਆ ਛੱਡ ਚੱਲੇ ਆਨੰਦਪੁਰੀ। ਉੱਥੇ ਖੇਡ ਕੇ ਜੀ ਬਚਪਨ ਗੁਜ਼ਾਰਿਆ ਛੱਡ ਚੱਲੇ ਆਨੰਦਪੁਰੀਏ। ਖੇਡ ਕੇ ਜੀ ਬਚਪਨ ਗੁਜ਼ਾਰਿਆ ਅੱਜ ਤੈਨੂੰ ਛੋੜ ਚੱਲੇ। ਖੇਡ ਕੇ ਜੀ ਬਚਪਨ ਗੁਜ਼ਾਰਿਆ ਛੱਡ ਚੱਲੇ ਆਨੰਦਪੁਰੀਏ। ਜਿੱਥੇ ਖੇਡ ਕੇ ਜੀ ਬਚਪਨ ਗੁਜ਼ਾਰਿਆ ਉਹ ਛੱਡ ਚੱਲੇ ਆਨੰਦਪੁਰੀ। ਛੱਡ ਚੱਲੇ ਆਨੰਦਪੁਰੀਏ। ਜਿੱਥੇ ਖੇਡ ਕੇ ਜੀ ਬਚਪਨ ਗੁਜ਼ਾਰਿਆ ਛੱਡ ਚੱਲੇ ਆਨੰਦਪੁਰੀਏ। ਤੈਨੂੰ ਅਸੀਂ ਜੀ ਛੋੜ ਚੱਲੇ ਛੱਡ ਚੱਲੇ ਜੀ ਆਨੰਦਪੁਰੀਏ। ਤੈਨੂੰ ਅਸੀਂ ਜੀ ਛੋੜ ਚੱਲੇ ਛੱਡ ਚੱਲੇ ਜੀ ਆਨੰਦਪੁਰੀ।
ਚਲੇ ਛੱਡ ਚਲੇ ਜੀ ਆਨੰਦਪੁਰੀਏ। ਕਿੱਥੇ ਖੇਡ ਕੇ ਜੀ ਬਚਪਨ ਗੁਜ਼ਾਰਿਆ, ਛੱਡ ਚਲੇ ਆਨੰਦਪੁਰੀਏ। ਗੁਜ਼ਾਰਿਆ ਛੱਡ ਚਲੇ ਆਨੰਦਪੁਰੀਏ। ਛੱਡ ਚਲੇ ਆਨੰਦਪੁਰੀਏ। ਗੁਜ਼ਾਰਿਆ ਛੱਡ ਚਲੇ ਆਨੰਦਪੁਰੀਏ। ਅੰਨ ਕਲਗੀਆਂ ਵਾਲੇ ਦਾ ਪਰਿਵਾਰ। ਫਿਰ ਅੱਜ ਵਾਲਾ ਦਿਨ, ਅੱਜ 6 ਪੋਹ ਦਾ ਦਿਨ ਹੈ ਭਾਈ। ਅੱਜ ਬੜੀਆਂ ਬਿਪਤਾ ਦੀਆਂ ਘੜੀਆਂ ਸੀ ਪਰਿਵਾਰ ਦੇ ਉੱਤੇ, ਤੇ ਤਾਂ ਕਰਕੇ ਪੋਹ ਦਾ ਮਹੀਨਾ ਮਾੜਾ ਨਹੀਂ ਹੈ। ਪੋਹ ਦਾ ਮਹੀਨਾ ਬਹੁਤ ਚੰਗਾ ਹੈ। ਪੁਰਾਣੇ ਸਮੇਂ ਵਿੱਚ ਸਾਡੇ ਬਜ਼ੁਰਗ ਪੋਹ ਦੇ ਮਹੀਨੇ ਵਿੱਚ ਵਿਆਹ ਨਹੀਂ ਸੀ ਕਰਦੇ ਹੁੰਦੇ। ਪੋਹ ਦੇ ਮਹੀਨੇ ਵਿੱਚ ਆਪਣੇ ਘਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਸੀ ਕਰਦੇ। ਪੋਹ ਦੇ ਮਹੀਨੇ ਵਿੱਚ ਇੱਥੋਂ ਤੱਕ ਲਿਖਿਆ ਕੋਈ ਮਿੱਠਾ ਪ੍ਰਸ਼ਾਦ ਵੀ ਨਹੀਂ ਸੀ ਆਪਣੇ ਘਰ ਵਿੱਚ ਬਣਾਉਂਦੇ ਹੁੰਦੇ। ਉਹ ਕਹਿੰਦੇ ਪੋਹ ਦੇ ਮਹੀਨੇ ਵਿੱਚ ਧੰਨ ਕਲਗੀਆਂ ਵਾਲੇ ਦਾ ਪਰਿਵਾਰ ਸਰੀਰ ਕਰਕੇ ਸਦਾ ਲਈ ਵਿਛੜ ਗਿਆ ਸੀ। ਮਹੀਨਾ ਭਾਗਾਂ ਵਾਲਾ ਹੈ। ਪਰ ਕਹਿਣ ਲੱਗੇ ਭਾਈ ਇਸ ਦਿਨ, ਇਹਨਾਂ ਦਿਨਾਂ ਵਿੱਚ, ਪੋਹ ਦੇ ਦਿਨਾਂ ਦੇ ਵਿੱਚ ਤਾਂ ਨਾ ਉਹ ਥੱਲੇ ਆਸਣ ਲਾ ਕੇ ਫਿਰ ਕਲਗੀਆਂ ਵਾਲੇ ਦੀ ਯਾਦ ਦੇ ਵਿੱਚ ਹਰ ਵਕਤ ਸਾਰਾ ਦਿਨ ਬੈਠੇ ਪਰਮਾਤਮਾ ਦਾ ਨਾਮ ਜਪਦੇ ਤੇ ਸਾਦਾ ਭੋਜਨ ਛਕਣਾ ਉਹਨਾਂ ਨੇ। ਇਸ ਕਰਕੇ ਅੱਜ ਵਾਲਾ ਦਿਨ ਕਲਗੀਆਂ ਵਾਲੇ ਦੇ ਪਰਿਵਾਰ ਦੇ ਉੱਪਰ ਦੀ ਸਾਰਾ ਉਧਰ ਮੀਂਹ ਪੈਂਦਾ ਸੀ, ਠੱਕਾ ਵਗਦਾ ਸੀ, ਤੇ ਉਧਰ ਨਾਲ ਕਲਗੀਆਂ ਵਾਲੇ ਦਾ ਪਰਿਵਾਰ ਜਾ ਰਿਹਾ ਸੀ ਸਦਾ ਵਾਸਤੇ। ਤੇ ਪਿੱਛੋਂ ਮੁਗਲੀਆ ਫੌਜ ਅਲੀ ਅਲੀ ਦੇ ਨਾਰੇ ਲਾ ਕੇ ਕਹਿੰਦੇ ਸੀ ਫੜ ਲਓ ਗੋਬਿੰਦ ਸਿੰਘ ਨੂੰ ਜਾਣ ਨਹੀਂ ਦੇਣਾ। ਪਰ ਕਲਗੀਆਂ ਵਾਲੇ ਜਾਂਦੇ ਜਾਂਦੇ ਕਹਿ ਰਹੇ ਸੀ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗ ਜਤਮਸ। ਆਓ ਅੱਜ ਦਾ ਦਿਨ ਸਾਰਾ ਇਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਤੇ ਕੱਲ ਦਾ ਜਿਹੜਾ ਦਿਨ ਹੈ ਫਿਰ ਸਰਸਾ ਦੇ ਉੱਤੇ ਜਾ ਪਹੁੰਚੇ ਸੀ ਮਹਾਰਾਜ। ਜੋ ਕੱਲ ਨੂੰ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਜੁੜ ਕਰਕੇ ਉਸ ਕਲਗੀਆਂ ਵਾਲੇ ਦੇ ਪਰਿਵਾਰ ਨੂੰ ਦੁੱਖ ਮਹਿਸੂਸ ਕਰਕੇ ਅੰਦਰ ਆਪਣੇ, ਇਹ ਨਾ ਕਿ ਉਹ ਵੀ ਹੋਇਆ ਸੀ ਚੱਲ ਹੋ ਗਿਆ ਹੁਣ ਹੈ ਫਿਰ ਕੀ ਗੱਲ ਹੈ, ਇਹ ਤਾਂ 1704 ਦੀ ਗੱਲ ਹੈ, ਹੁਣ 2020 ਚੱਲਦਾ। ਨਹੀਂ, ਉਹਨੂੰ ਯਾਦ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਵੀ ਅੱਜ ਦਾ ਦਿਨ ਇਹ ਸੀ, ਕੱਲ ਦਾ ਸਰਸਾ ਤੇ ਵਿਛੜਿਆ, ਪਰਸੋਂ ਨੂੰ ਚਮਕੌਰ ਸਾਹਿਬ ਦਾ, ਫਿਰ ਮਾਤਾ ਗੁਜਰ ਕੌਰ ਜੀ ਦਾ। ਇਸ ਤਰ੍ਹਾਂ ਅੰਦਰ ਆਪਣੇ ਇੱਕ ਤਰ੍ਹਾਂ ਦੀ ਉਹ ਜਿਵੇਂ ਫਿਲਮ ਚੱਲਦੀ ਹੁੰਦੀ ਹੈ ਇਸ ਤਰ੍ਹਾਂ ਬਣਾ ਕੇ ਇਤਿਹਾਸ ਦੇ ਨਾਲ ਚੱਲਿਓ ਤੇ ਫਿਰ ਦੇਖਿਓ ਕੈਸਾ ਆਨੰਦ ਵੱਜੂਗਾ। ਫਿਰ ਸਾਡੀ ਹਾਜ਼ਰੀ ਵੀ ਲੱਗਦੀ ਜਾਊਗੀ। ਅੱਜ ਦੀ ਸਾਡੀ ਹਾਜ਼ਰੀ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਲੱਗੀ। ਮਹਾਰਾਜ ਸਾਰਿਆਂ ਦੇ ਉੱਤੇ ਮਿਹਰ ਭਰਿਆ ਰਹੇ। ਕਿਸੇ ਤਰ੍ਹਾਂ ਗੁਰੂ ਨਾਨਕ ਦਾ ਵੇੜਾ ਚੱਲਦਾ, ਕਲਗੀਆਂ ਵਾਲੇ ਦਾ ਜਹਾਜ਼ ਚੱਲਦਾ। ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ। ਇਸ ਜਹਾਜ਼ ਦੇ ਵਿੱਚ ਆਪਾਂ ਬੈਠੇ ਹਾਂ, ਕਲਗੀਆਂ ਵਾਲੇ ਦੇ ਪਰਿਵਾਰ ਦੇ ਨਾਲ ਆਪਣਾ ਪਰਿਵਾਰ ਮਿਲਿਆ ਹੋਇਆ ਹੈ ਤੇ ਫਿਰ ਸਾਡੀਆਂ ਹਾਜ਼ਰੀਆਂ ਲੱਗਣਗੀਆਂ। ਬਹੁਤ ਬਹੁਤ ਧੰਨਵਾਦ। ਰਾਮ ਕਲੀ ਮਹਲਾ ਤੀਜਾ। नंद को ओंकार सतगुर प्रसाद नंद पया मेरी माए। सतगुरु मैं पाया सतगुर का पाया सहज सोती मन बदियां बधाइयां। राग रतन प्रभार परियां शब्द गावण आईयां। अवधूता गावो हरि तेरा मन जुनी वसाया। कह नानक आनंद सतगुरु मैं पाया। मन मेरे आगू सदा रहो हर नालो। हर नाल रहो तू मन मेरे दुख सब विसार नाही। कारो करे तेरा कार्य सब सवारना। सब नांगला समरथ स्वामी तो क्यों मनो विसारे। कह नानक मन मेरे सदा रहो हर नाले। साचे साहेबा क्या नहीं करते रहे। करता तेरा सब किछ है जिस देह सो पावे।
ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਮੇਰਾ ਆਧਾਰੂ ਦਾਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਜਾਈਐ ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਐ ਜੋ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਨਾਨਕ ਤੈ ਜੋ ਕੋਆ ਤਿਤ ਘਰ ਆਨੰਦ ਬਾਜੇ ਆਨੰਦ ਸੁਨੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਉਸ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਬੇਦ ਸਤਿਗੁਰਿਆ ਭਰਪੂਰੇ ਗੁਰ ਕਰਨ ਲਾਗੋ ਵਾਜੋ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।